गुरु रूप गुरु प्यारी गुरु खालसा साध संगत जी। आओ सब तो पहला शहीद पिता दे पुत्र शहीद पुत्रां दे पिता सरबंस दानी साहिबे कमाल धन गुरु गोबिंद सिंह महाराज जियां वल्लों बख्शिश कीती हुई फतेह बुलाइए। कोई भी रसना बांझी नारे सारी संगत गज के आखो जी वाहिगुरु जी का खालसा वाहिगुरु जी की फतेह। सतगुरु जी ने अपार रहमत कीती है, अपार बख्शिश कीती है, जो कि सानू सतसंग दीआं वडमुलियां घड़ियां महाराज जियां ने बख्शिश कीतियां हन। गुरमुखो ਵੱਡੇ ਭਾਗਾਂ ਦੀ ਨਿਸ਼ਾਨੀ ਜੇ ਦੇਖਣੀ ਹੋਵੇ, ਵੱਡੇ ਭਾਗਾਂ ਵਾਲਾ ਉਹ ਨਹੀਂ ਜਿਹਦੇ ਕੋ ਬਹੁਤ ਮਾਇਆ ਹੈ। ਵੱਡੇ ਭਾਗਾਂ ਵਾਲਾ ਉਹ ਨਹੀਂ ਜਿਹਦੇ ਘਰ ਪੁੱਤਰ ਧੀ ਨੇ ਜਨਮ ਲਿਆ ਹੋਇਆ ਹੈ। ਲੋਕ ਬੜੇ ਕਹਿ ਦਿੰਦੇ ਐ ਵੀ ਸਾਡਾ ਵੱਡੇ ਭਾਗਾਂ ਵਾਲਾ ਦਿਨ ਉਹ ਸੀ ਜਿੱਦਣ ਸਾਡਾ ਵਿਆਹ ਹੋਇਆ। ਕੋਈ ਕਹਿ ਦਿੰਦਾ ਮੇਰੀ ਜ਼ਿੰਦਗੀ 'ਚ ਵੱਡੇ ਭਾਗਾਂ ਵਾਲਾ ਦਿਨ ਉਹ ਹੈ ਜਿਸ ਦਿਨ ਮੇਰੇ ਘਰ ਪੁੱਤਰ ਨੇ ਜਨਮ ਲਿਆ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸਿੱਖਾ ਤੇਰੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਦਿਨ ਉਹ ਹੈ ਜਿਸ ਦਿਨ ਤੂੰ ਗੁਰੂ ਦੀ ਸੰਗਤ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪੇ। ਜਦੋਂ ਤੇਰੀ ਜ਼ਿੰਦਗੀ 'ਚ ਸਤਸੰਗ ਦੀਆਂ ਘੜੀਆਂ ਆਣ ਉਹ ਤੇਰੀ ਜ਼ਿੰਦਗੀ 'ਚ ਸਭ ਤੋਂ ਵਡਭਾਗੀਆਂ ਘੜੀਆਂ ਹਨ। ਸੋ ਮਹਾਰਾਜ ਜੀ ਨੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਸਾਨੂੰ ਸਤਸੰਗ ਦੀਆਂ ਵਡਮੁੱਲੀਆਂ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਸੋ ਜਿਵੇਂ ਕਿ ਆਪ ਜੀਆਂ ਨੂੰ ਪਤਾ ਹੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਵੱਲੋਂ ਉਜਾਰਨ ਕੀਤੀ ਹੋਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀਆਂ ਦੀ ਆਪਾਂ ਲੜੀਵਾਰ ਵਿਚਾਰ ਸਰਵਣ ਕਰਦੇ ਹਾਂ, ਲੜੀਵਾਰ ਕਥਾ ਹਰ ਰੋਜ਼ ਸਰਵਣ ਕਰਦੇ ਹਾਂ। ਕੱਲ ਆਪ ਜੀਆਂ ਨੇ 7 ਅਸ਼ਟਪਦੀਆਂ ਤੱਕ ਗੁਰਬਾਣੀ ਦੀ ਵਿਚਾਰ ਸਰਵਣ ਕੀਤੀ ਹੈ। ਆਓ ਅੱਜ 8ਵੀਂ ਅਸ਼ਟਪਦੀ ਦੀ ਵਿਚਾਰ ਆਰੰਭ ਹੋਣ ਲੱਗੀ ਹੈ। ਮਹਾਰਾਜ ਇਸ ਅਸ਼ਟਪਦੀ ਅੰਦਰ ਸਾਨੂੰ ਕੀ ਉਪਦੇਸ਼ ਦਿੰਦੇ ਹਨ, ਸਾਨੂੰ ਕੀ ਗਿਆਨ ਬਖਸ਼ਦੇ ਹਨ, ਕੀ ਉਪਦੇਸ਼ ਦੇ ਰਹੇ ਹਨ, ਆਓ ਸਰਵਣ ਕਰੀਏ ਜੀ। ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਇਸ ਅਸ਼ਟਪਦੀ ਅੰਦਰ ਬ੍ਰਹਮ ਗਿਆਨੀ ਦੀ ਉਸਤਤ ਕੀਤੀ ਹੈ। ਬ੍ਰਹਮ ਗਿਆਨੀ ਦੇ ਗੁਣਾਂ ਨੂੰ ਦੱਸਿਆ ਹੈ ਵੀ ਬ੍ਰਹਮ ਗਿਆਨੀ ਕਿਹੋ ਜਿਹਾ ਹੁੰਦਾ ਹੈ। ਮਹਾਰਾਜ ਕਹਿੰਦੇ ਮਨ ਸਾਚਾ ਮੁਖ ਸਾਚਾ ਸੋਏ। ਬ੍ਰਹਮ ਗਿਆਨੀ ਉਹ ਹੈ ਜਿਹਦਾ ਮਨ ਵੀ ਸੱਚਾ ਹੋਵੇ ਤੇ ਮੁਖ ਤੋਂ ਵੀ ਸੱਚੀਆਂ ਗੱਲਾਂ ਕਰੇ। ਉਹੀ ਗੱਲਾਂ ਕਰੇ ਜਿਹੜੀਆਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਚੰਗੀਆਂ ਲੱਗਦੀਆਂ ਹਨ। ਆਪਣੇ ਮੁਖ ਦੇ ਨਾਲ ਪਰਮਾਤਮਾ ਦਾ ਸਿਮਰਨ ਕਰੇ। ਅਵਰ ਨਾ ਪੇਖੈ ਏਕਸ ਬਿਨ ਕੋਏ, ਤੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾ ਕਿਸੇ ਹੋਰ ਨੂੰ ਨਾ ਵੇਖੇ, ਭਾਵ ਕਿਸੇ ਹੋਰ ਤੇ ਭਰੋਸਾ ਨਾ ਰੱਖੇ। ਉਹਦੀ ਟੇਕ ਹੋਵੇ ਤਾਂ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਤੇ ਹੀ ਹੋਵੇ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਬ੍ਰਹਮ ਗਿਆਨੀ ਦੇ ਗੁਣ ਹਨ, ਇਹ ਬ੍ਰਹਮ ਗਿਆਨੀ ਦੇ ਲੱਛਣ ਹਨ। ਇਹਨਾਂ ਗੁਣਾਂ ਕਰਕੇ ਬ੍ਰਹਮ ਗਿਆਨੀ ਦੀ ਪਹਿਚਾਣ ਹੁੰਦੀ ਹੈ, ਜਿਹੜਾ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਤੇ ਟੇਕ ਰੱਖਦਾ ਹੈ, ਜਿਹਦਾ ਮਨ ਸੱਚਾ ਹੋਵੇ। ਅੱਜ ਸਾਡੇ ਕੀ ਹਾਲਾਤ ਹਨ, ਅੱਜ ਸਾਡੇ ਹਾਲਤ ਇਹ ਹੈ ਵੀ ਦਿਲ ਵਿੱਚ ਕੁਝ ਹੋਰ ਹੈ ਤੇ ਬਾਹਰੋਂ ਕੁਝ ਹੋਰ ਦਿਖਾਈ ਦੇ ਰਿਹਾ ਹੈ। ਮਨ ਵਿੱਚ ਕੁਝ ਹੋਰ ਹੈ ਪਰ ਬਾਹਰੋਂ ਕੁਝ ਹੋਰ ਦਿਖ ਰਿਹਾ ਹੈ। ਕਹਿਣ ਨੂੰ ਜਿੰਨੇ ਮਰਜ਼ੀ ਕਹੀ ਜਾਈਏ ਵੀ ਬੜਾ ਨਾਮ ਜਪਦੇ ਆਂ, ਬੜਾ ਸਿਮਰਨ ਕਰਦੇ ਆਂ, ਪਰ ਸਿਮਰਨ ਤੁਹਾਡੇ ਮੁਖ ਤੇ ਤਾਂ ਦਿਖਾਈ ਦੇਵੇ ਪਰ ਤੁਹਾਡੇ ਮਨ ਵਿੱਚ ਵੀ ਹੋਵੇ। ਪਰਮਾਤਮਾ ਦੇ ਗੁਣ ਤੁਹਾਡੇ ਬਾਹਰੋਂ ਵੀ ਦਿਖਣ ਪਰ ਤੁਹਾਡੇ ਅੰਦਰ ਅਸਲ ਵਿੱਚ ਹੋਵੇ। ਇਹ ਨਾ ਗੱਲ ਹੋਵੇ ਵੀ ਅਪਰ ਉਪਦੇਸੈ ਆਪ ਨਾ ਕਰੈ, ਦੂਜਿਆਂ ਨੂੰ ਉਪਦੇਸ਼ ਦੇਵੇ ਤੇ ਆਪ ਉਹ ਕੰਮ ਨਾ ਕਰੇ।
ਭਾਵ ਮੇਰੇ ਵਰਗਾ ਦੂਜਿਆਂ ਨੂੰ ਕਹੀ ਜਾਵੇ ਨਾਮ ਜਪਿਆ ਕਰੋ, ਸਿਮਰਨ ਕਰਿਆ ਕਰੋ, ਅੰਮ੍ਰਿਤ ਵੇਲੇ ਉੱਠਿਆ ਕਰੋ, ਭਲੇ ਦੇ ਕੰਮ ਕਰਿਆ ਕਰੋ, ਪਰ ਆਪ ਆਪਣੀ ਜ਼ਿੰਦਗੀ ਵਿੱਚ ਨਾ ਕਰੇ। ਫਿਰ ਮਹਾਰਾਜ ਕਹਿੰਦੇ ਆਵਤ ਜਾਵਤ ਜਨਮੈ ਮਰੇ। ਉਹ ਤਾਂ ਇਹ ਸੰਸਾਰ ਵਿੱਚ ਕਦੇ ਜਨਮ ਲੈ ਲੈਂਦਾ, ਕਦੇ ਮਰ ਜਾਂਦਾ, ਭਾਵ ਆਵਾ ਗੌਣ ਦੇ ਚੱਕਰ ਵਿੱਚ ਹੀ ਪਿਆ ਰਹਿੰਦਾ। ਬ੍ਰਹਮ ਗਿਆਨੀ ਦੇ ਕੀ ਗੁਣ ਹਨ? ਬ੍ਰਹਮ ਗਿਆਨੀ ਕਿਹੜਾ ਹੈ? ਜਿਹੜਾ ਮਨ ਵਿੱਚ ਵੀ ਸੱਚ ਵਸਾ ਕੇ ਰੱਖਦਾ ਹੈ, ਮਨ ਵਿੱਚ ਵੀ ਪਰਮਾਤਮਾ ਦੇ ਗੁਣਾਂ ਨੂੰ ਵਸਾ ਕੇ ਰੱਖਦਾ ਹੈ, ਤੇ ਆਪਣੇ ਮੁਖ ਵਿੱਚੋਂ, ਆਪਣੇ ਮੂੰਹ ਵਿੱਚੋਂ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਹੀ ਕਰੇ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਮਨੁੱਖ ਵਿਕਾਰਾਂ ਵੱਲੋਂ ਸਦਾ ਹੀ ਬੇਦਾਗ ਰਹਿੰਦਾ ਹੈ, ਨਿਰਲੇਪ ਰਹਿੰਦਾ ਹੈ, ਉਹਦੀ ਜ਼ਿੰਦਗੀ 'ਚ ਕੋਈ ਦਾਗ ਨਹੀਂ ਹੁੰਦਾ। ਜੈਸੇ ਜਲ ਮਹਿ ਕਮਲ ਅਲੇਪ, ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚ ਰਹਿੰਦਾ ਹੈ, ਚਿੱਕੜ ਵਿੱਚ ਰਹਿਣ ਦੇ ਬਾਵਜੂਦ ਵੀ ਤੁਸੀਂ ਕਮਲ ਦੇ ਫੁੱਲ ਨੂੰ ਕਦੇ ਚਿੱਕੜ ਦੇ ਨਾਲ ਲਿਬੜਿਆ ਨਹੀਂ ਦੇਖੋਗੇ। ਉਹ ਹਮੇਸ਼ਾ ਹੀ ਸਾਫ਼ ਰਹਿੰਦਾ ਹੈ, ਉਹਦੀ ਸੁਰਤ ਚਿੱਕੜ ਤੋਂ ਉੱਚੀ ਰਹਿੰਦੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਸੰਸਾਰ ਵਿੱਚ ਰਹਿੰਦਾ ਹੈ, ਪਰ ਵਿਕਾਰਾਂ ਦੇ ਚਿੱਕੜ ਨੂੰ ਆਪਣੇ ਉੱਤੇ ਪੈਣ ਨਹੀਂ ਦਿੰਦਾ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਸਦਾ ਨਿਰਦੋਖ, ਨਿਰਦੋਖ ਤੋਂ ਭਾਵ ਹੈ ਦੋਖ ਤੋਂ ਰਹਿਤ, ਪਾਪਾਂ ਤੋਂ ਜਿਹੜਾ ਬਰੀ ਹੋਵੇ, ਭਾਵ ਪਾਪ ਉਹਦੇ ਨੇੜੇ ਵੀ ਨਾ ਆਣ। ਬ੍ਰਹਮ ਗਿਆਨੀ ਦਾ ਜੀਵਨ ਇਹੋ ਜਿਹਾ ਹੈ, ਸਾਰੇ ਪਾਪਾਂ ਨੂੰ ਉਹਨੇ ਸਾੜਿਆ ਹੁੰਦਾ ਹੈ, ਉਹਦੀ ਜ਼ਿੰਦਗੀ ਵਿੱਚ ਇੱਕ ਵੀ ਪਾਪ ਨਹੀਂ ਰਹਿੰਦਾ, ਉਹ ਨਿਰਦੋਖ ਹੁੰਦਾ ਹੈ, ਪਾਪਾਂ ਤੋਂ ਬਚਿਆ ਰਹਿੰਦਾ ਹੈ। ਜੈਸੇ ਸੂਰ ਸਰਬ ਕੋ ਸੋਖ, ਸੂਰ ਤੋਂ ਭਾਵ ਹੈ ਸੂਰਜ, ਜਿਵੇਂ ਸੂਰਜ ਸਾਰੇ ਰਸਾਂ ਨੂੰ ਸੁਕਾ ਦਿੰਦਾ ਹੈ, ਕੋਈ ਵੀ ਰਸ ਹੋਵੇ ਸੂਰਜ ਉਹ ਰਸ ਨੂੰ ਸੁਕਾ ਦਿੰਦਾ ਹੈ। ਇਸੇ ਤਰ੍ਹਾਂ ਬ੍ਰਹਮ ਗਿਆਨੀ ਵੀ ਆਪਣੀ ਜ਼ਿੰਦਗੀ ਵਿੱਚੋਂ ਸਾਰੇ ਪਾਪ ਖਤਮ ਕਰ ਦਿੰਦਾ ਹੈ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਦੇ ਅੰਦਰ ਇੱਕੋ ਜਿਹੀ ਨਜ਼ਰ ਹੁੰਦੀ ਹੈ, ਭਾਵ ਉਹ ਜਿਹਦੇ ਵੱਲ ਵੀ ਦੇਖਦਾ ਇੱਕੋ ਨਜ਼ਰ ਨਾਲ ਦੇਖਦਾ। ਉਹ ਇਹ ਨਹੀਂ ਦੇਖਦਾ ਵੀ ਇਹ ਛੋਟਾ ਹੈ ਤੇ ਇਹ ਵੱਡਾ ਹੈ, ਆ ਮਾਇਆ ਧਾਰੀ ਹੈ, ਆ ਗਰੀਬ ਹੈ। ਉਹ ਜਿਵੇਂ ਗਰੀਬ ਨੂੰ ਮਿਲਦਾ ਉਸੇ ਤਰ੍ਹਾਂ ਹੀ ਅਮੀਰ ਨੂੰ ਮਿਲਦਾ। ਉਹਦੀ ਦ੍ਰਿਸ਼ਟੀ ਇੱਕ ਸਮਾਨ ਹੁੰਦੀ ਹੈ, ਉਹਦੀ ਦ੍ਰਿਸ਼ਟੀ ਇਹ ਨਹੀਂ ਵੀ ਅਮੀਰ ਵਾਸਤੇ ਅਲੱਗ ਹੈ ਤੇ ਗਰੀਬ ਵਾਸਤੇ ਅਲੱਗ ਹੈ। ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ, ਰੰਕ ਤੋਂ ਭਾਵ ਹੈ ਕੰਗਾਲ, ਪਵਾਨ ਤੋਂ ਭਾਵ ਹੈ ਹਵਾ। ਮਹਾਰਾਜ ਕਹਿੰਦੇ ਜਿਵੇਂ ਹਵਾ ਰਾਜੇ ਤੇ ਕੰਗਾਲ ਨੂੰ ਇੱਕੋ ਜਿਹੀ ਲੱਗਦੀ ਹੈ, ਜਦੋਂ ਹਵਾ ਚੱਲਦੀ ਹੈ ਰਾਜੇ ਨੂੰ ਵੀ ਉਨੀ ਲੱਗਦੀ ਹੈ ਤੇ ਕੰਗਾਲ ਨੂੰ ਵੀ ਉਨੀ ਲੱਗਦੀ ਹੈ, ਗਰੀਬ ਨੂੰ ਵੀ ਉਨੀ ਲੱਗਦੀ ਹੈ। ਇਸੇ ਤਰ੍ਹਾਂ ਬ੍ਰਹਮ ਗਿਆਨੀ ਦੀ ਨਜ਼ਰ, ਬ੍ਰਹਮ ਗਿਆਨੀ ਦਾ ਤੱਕਣ ਦਾ ਸੁਭਾਅ ਰਾਜੇ ਨੂੰ ਵੀ ਉਹੋ ਜਿਹਾ ਤੇ ਗਰੀਬ ਨੂੰ ਵੀ ਉਹੋ ਜਿਹਾ ਹੈ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਬਸੁਦਾ ਕਉ ਖੋਦੈ ਕਉ ਚੰਦਨ ਲੇਪ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੈ ਧੀਰਜ ਏਕ, ਬ੍ਰਹਮ ਗਿਆਨੀ ਮਨੁੱਖ ਦੇ ਅੰਦਰ ਇੱਕ ਤਾਰ ਹੌਸਲਾ ਕਾਇਮ ਰਹਿੰਦਾ ਹੈ, ਧੀਰਜ ਰਹਿੰਦਾ ਹੈ, ਉਹਦਾ ਧੀਰਜ ਨਹੀਂ ਡੋਲਦਾ, ਉਹਦਾ ਅੰਦਰਲਾ ਟਿਕਾ ਕਦੇ ਵੀ ਨਹੀਂ ਡੋਲਦਾ। ਉਹਨੂੰ ਕੋਈ ਬੁਰਾ ਕਹੇ ਚਾਹੇ ਉਹਨੂੰ ਕੋਈ ਭਲਾ ਕਹੇ, ਉਹਦੀ ਕੋਈ ਵਡਿਆਈ ਕਰੇ ਉਹਦੀ ਕੋਈ ਨਿੰਦਿਆ ਕਰੇ, ਉਹ ਆਪਣੇ ਅੰਦਰ ਦਾ ਟਿਕਾਓ ਨਹੀਂ ਹਿਲਾਉਂਦਾ, ਉਹਦਾ ਅੰਦਰ ਸਦਾ ਹੀ ਕਾਇਮ ਰਹਿੰਦਾ ਹੈ। ਜਿਉਂ ਬਸੁਦਾ ਕਉ ਖੋਦੈ ਕਉ ਚੰਦਨ ਲੇਪ। ਵਸੁਦਾ ਤੋਂ ਭਾਵ ਹੈ ਧਰਤੀ। ਮਹਾਰਾਜ ਕਹਿੰਦੇ ਜਿਵੇਂ ਧਰਤੀ ਨੂੰ ਕੋਈ ਖੋਦਦਾ ਹੈ, ਕੋਈ ਪੱਟੀ ਜਾ ਰਿਹਾ ਹੈ ਤੇ ਧਰਤੀ ਤੇ ਕੋਈ ਚੰਦਨ ਦਾ ਲੇਪ ਕਰ ਦੇਵੇ, ਧਰਤੀ ਨੂੰ ਕੋਈ ਪਰਵਾਹ ਨਹੀਂ, ਨਾ ਚੰਦਨ ਦੇ ਲੇਪ ਦੀ ਪਰਵਾਹ ਹੈ, ਨਾ ਉਹਦੀ ਪਰਵਾਹ ਹੈ ਜਿਹੜਾ ਦਿਨ ਰਾਤ ਧਰਤੀ ਨੂੰ ਖੋਦਦਾ ਰਹਿੰਦਾ ਹੈ।
ब्रह्म ज्ञानी का यह गुनाओ, नानक ज्यों पावक का सहज सुभाओ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕਾ ਇਹ ਗੁਨਾਓ। ਬ੍ਰਹਮ ਗਿਆਨੀ ਮਨੁੱਖ ਦਾ ਇਹੀ ਗੁਣ ਹੈ, ਇਹੀ ਉਹਦਾ ਸੁਭਾਅ ਹੈ। ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਓ, ਜਿਵੇਂ ਅੱਗ ਦਾ ਕੁਦਰਤੀ ਸੁਭਾਅ ਹੈ, ਹਰੇਕ ਚੀਜ਼ ਦੀ ਮੈਲ ਸਾੜ ਦੇਣੀ। ਬ੍ਰਹਮ ਗਿਆਨੀ ਵੀ ਹਰ ਇੱਕ ਦੇ ਹਿਰਦੇ ਦੀ ਮੈਲ ਸਾੜ ਕੇ ਰੱਖ ਦਿੰਦਾ ਹੈ। ਇਹ ਬ੍ਰਹਮ ਗਿਆਨੀ ਦਾ ਗੁਣ ਹੈ। ਜਿਹਦੇ ਤੇ ਨਿਗਾਹ ਕਰ ਦੇਵੇ, ਉਹਦਾ ਹਰ ਇੱਕ ਔਗਣ ਸਾੜ ਕੇ ਰੱਖ ਦਿੰਦਾ ਹੈ। ਉਹਦੇ ਹਿਰਦੇ ਦੀ ਮੈਲ ਸਾੜ ਕੇ ਭਾਵ ਸਾਫ਼ ਕਰ ਦਿੰਦਾ ਹੈ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ। ਬ੍ਰਹਮ ਗਿਆਨੀ ਮਨੁੱਖ, ਬ੍ਰਹਮ ਗਿਆਨੀ ਇਨਸਾਨ ਵਿਕਾਰਾਂ ਦੀ ਮੈਲ ਤੋਂ ਬਚਿਆ ਰਹਿ ਕੇ ਮਹਾ ਨਿਰਮਲ ਹੋ ਜਾਂਦਾ ਹੈ। ਜਿਹਦੇ ਵਰਗਾ ਦੁਨੀਆ ਤੇ ਕੋਈ ਨਿਰਮਲ ਨਹੀਂ, ਉਹਦੇ ਵਰਗੀ ਦੁਨੀਆ ਤੇ ਕੋਈ ਵੀ ਪਵਿੱਤਰ ਚੀਜ਼ ਨਹੀਂ ਹੈ। ਜੈਸੇ ਮੈਲ ਨਾ ਲਾਗੇ ਜਲਾ, ਜਿਵੇਂ ਪਾਣੀ ਨੂੰ ਕਦੇ ਵੀ ਮੈਲ ਨਹੀਂ ਲੱਗ ਸਕਦੀ। ਪਾਣੀ ਜਿੰਨਾ ਮਰਜੀ ਮੈਲਾ ਹੋਵੇ, ਉਹ ਇੱਕ ਦਿਨ ਸੂਰਜ ਚੜ੍ਹਦਾ ਹੈ, ਪਾਣੀ ਨੂੰ ਸੁਕਾ ਕੇ ਹਵਾ ਵਾਂਗ ਉਡਾ ਕੇ ਲੈ ਜਾਂਦਾ ਹੈ। ਪਾਣੀ ਫਿਰ ਮੀਂਹ ਦੇ ਰੂਪ ਵਿੱਚ ਹੇਠਾਂ ਆ ਜਾਂਦਾ ਸਾਫ਼ ਹੋ ਕੇ। ਪਾਣੀ ਨੂੰ ਕੋਈ ਵੀ ਮੈਲਾ ਨਹੀਂ ਕਰ ਸਕਦਾ। ਇਸੇ ਤਰ੍ਹਾਂ ਬ੍ਰਹਮ ਗਿਆਨੀ ਦੇ ਜੀਵਨ ਨੂੰ ਵੀ ਕੋਈ ਮੈਲਾ ਨਹੀਂ ਕਰ ਸਕਦਾ। ਉਹ ਪਵਿੱਤਰ ਹੀ ਰਹਿੰਦਾ ਹੈ। ਜਿਵੇਂ ਪਾਣੀ ਪਵਿੱਤਰ ਰਹਿੰਦਾ ਹੈ, ਇਸੇ ਤਰ੍ਹਾਂ ਬ੍ਰਹਮ ਗਿਆਨੀ ਦਾ ਜੀਵਨ ਵੀ ਪਵਿੱਤਰ ਹੀ ਹੈ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਰ ਉਪਰ ਆਕਾਸ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ। ਪ੍ਰਗਾਸ ਤੋਂ ਭਾਵ ਹੈ ਚਾਨਣ, ਗਿਆਨ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਦੇ ਮਨ ਵਿੱਚ ਸਦਾ ਹੀ ਚਾਨਣ ਹੋ ਜਾਂਦਾ ਹੈ। ਉਹ ਹਰ ਥਾਂ ਪਰਮਾਤਮਾ ਨੂੰ ਮੌਜੂਦ ਸਮਝਦਾ ਹੈ। ਉਹ ਜਿੱਧਰ ਵੀ ਦੇਖਦਾ ਉਹਨੂੰ ਪਰਮਾਤਮਾ ਹੀ ਦਿਖਦਾ ਹੈ। ਜੈਸੇ ਧਰ ਉੱਪਰ ਆਕਾਸ਼, ਜਿਵੇਂ ਧਰਤੀ ਉੱਤੇ ਆਕਾਸ਼ ਹੈ, ਧਰਤੀ ਥੱਲੇ ਹੈ, ਆਕਾਸ਼ ਉੱਤੇ ਹੈ। ਇਸੇ ਤਰ੍ਹਾਂ ਬ੍ਰਹਮ ਗਿਆਨੀ ਜਿੱਧਰ ਵੀ ਦੇਖਦਾ ਹੈ, ਉਹਨੂੰ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ। ਸਤਰ ਤੋਂ ਭਾਵ ਹੈ ਵੈਰੀ। ਮਹਾਰਾਜ ਕਹਿ ਰਹੇ ਹਨ ਬ੍ਰਹਮ ਗਿਆਨੀ ਨੂੰ ਸੱਜਣ, ਮਿੱਤਰ ਤੇ ਵੈਰੀ ਇੱਕੋ ਜਿਹੇ ਹੀ ਜਾਪਦੇ ਹਨ। ਉਹਦੀ ਨਜ਼ਰ ਵਿੱਚ ਕੋਈ ਵੀ ਦੁਸ਼ਮਣ ਨਹੀਂ ਹੈ। ਉਹਦੀ ਨਜ਼ਰ ਵਿੱਚ ਸਾਰੇ ਹੀ ਇੱਕ ਬਰੋਬਰ ਹਨ। ਜਿਵੇਂ ਕਿਸੇ ਸਮੇਂ ਮੀਆਂ ਮੀਰ ਜੀ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਆਖਿਆ ਸੀ, ਮਹਾਰਾਜ ਤੁਸੀਂ ਤਾਂ ਕਹਿ ਰਹੇ ਹੋ ਮੇਰੀ ਨਜ਼ਰ ਵਿੱਚ ਸਾਰੇ ਹੀ ਮਿੱਤਰ ਹਨ, ਕੋਈ ਵੈਰੀ ਨਹੀਂ ਹੈ। ਪਰ ਮਹਾਰਾਜ ਆਹ ਵੈਰੀ ਕਿੱਥੋਂ ਪੈਦਾ ਹੋ ਗਏ ਜਿਹੜੇ ਤੁਹਾਡੇ ਸੀਸ ਤੇ ਰੇਤਾ ਸੁੱਟ ਰਹੇ ਹੈ, ਤੁਹਾਡੇ ਸੀਸ ਤੇ ਰੇਤਾ ਪਾ ਰਹੇ ਹੈ, ਤੁਹਾਨੂੰ ਤੱਤੀਆਂ ਤਵੀਆਂ ਤੇ ਬਿਠਾ ਰਹੇ ਹੈ। ਉਸ ਸਮੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਸੀ, ਮੀਆਂ ਮੀਰ ਜੀ ਤੁਸੀਂ ਮੇਰੀ ਗੱਲ ਕਰਦੇ ਹੋ, ਮੇਰੇ ਲਈ ਅੱਜ ਵੀ ਇਹ ਮੇਰੇ ਮਿੱਤਰ ਹਨ। ਮੈਨੂੰ ਜਿੰਨਾ ਮਰਜ਼ੀ ਦੁੱਖ ਪਹੁੰਚਾਉਣ, ਪਰ ਮੈਂ ਇਹਨਾਂ ਵਾਸਤੇ ਕੋਈ ਮਾੜਾ ਲਫ਼ਜ਼ ਤਾਂ ਨਹੀਂ ਮੂੰਹ ਚੋਂ ਕੱਢਿਆ। ਮੈਂ ਤੱਤੀ ਤਵੀ ਤੇ ਬੈਠਾ ਵੀ ਇਹੀ ਗਾ ਰਿਹਾ, ਵੇ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਬ੍ਰਹਮ ਗਿਆਨੀ ਦਾ ਜੀਵਨ ਹੈ। ਉਹਨੂੰ ਕੋਈ ਵੀ ਦੁਨੀਆ ਵਿੱਚ ਵੈਰੀ ਨਹੀਂ ਦਿਖਦਾ, ਦੁਸ਼ਮਣ ਨਹੀਂ ਦਿਖਦਾ। ਉਹਦੇ ਲਈ ਮਿੱਤਰ ਵੀ ਉਹੋ ਜਿਹਾ ਹੀ ਹੈ, ਤੇ ਜਿਹੜਾ ਉਹਦੇ ਨਾਲ ਵੈਰ ਕਮਾਉਂਦਾ ਹੈ ਉਹਦੇ ਲਈ ਉਹ ਵੀ ਮਿੱਤਰ ਦੇ ਸਮਾਨ ਹੀ ਹੈ। ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਕਿਉਂਕਿ ਉਸ ਦੇ ਅੰਦਰ ਹੰਕਾਰ ਨਹੀਂ ਹੁੰਦਾ। ਕਿਸੇ ਦੇ ਚੰਗੇ ਮੰਦੇ ਸਲੂਕ ਦਾ ਹਰਕ ਸੋਗ ਨਹੀਂ ਹੁੰਦਾ। ਉਹ ਕਦੇ ਵੀ ਹੰਕਾਰ ਨਹੀਂ ਕਰਦਾ, ਹਉਮੈ ਵਿੱਚ ਨਹੀਂ ਆਉਂਦਾ। ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਊਚਾ। ਬ੍ਰਹਮ ਗਿਆਨੀ ਸਭ ਤੋਂ ਉੱਚਾ ਹੈ, ਪਰ ਆਪਣੇ ਮਨ ਵਿੱਚ ਆਪਣੇ ਆਪ ਨੂੰ ਸਭ ਤੋਂ ਨੀਵਾਂ ਜਾਣਦਾ ਹੈ।
ਸਾਰਿਆਂ ਨਾਲੋਂ ਨੀਵਾਂ ਹੋ ਕੇ ਰਹਿੰਦਾ ਹੈ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਮਹਾਰਾਜ ਕਹਿੰਦੇ ਉਹੀ ਮਨੁੱਖ ਬ੍ਰਹਮ ਗਿਆਨੀ ਬਣਦੇ ਹਨ। ਬ੍ਰਹਮ ਗਿਆਨੀ ਸੇ ਜਨ ਭਏ, ਉਹੀ ਬਣਦੇ ਹਨ ਨਾਨਕ ਜਿਨ ਪ੍ਰਭ ਆਪ ਕਰੇ। ਜਿਹਨੂੰ ਉਹ ਅਕਾਲ ਪੁਰਖ ਵਾਹਿਗੁਰੂ ਜੀ ਬ੍ਰਹਮ ਗਿਆਨੀ ਬਣਾਏ, ਉਹੀ ਬ੍ਰਹਮ ਗਿਆਨੀ ਬਣ ਸਕਦਾ, ਉਹੀ ਬ੍ਰਹਮ ਦੀ ਪਹਿਚਾਣ ਕਰ ਸਕਦਾ, ਉਹੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਾਣ ਸਕਦਾ ਹੈ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਰੀਨਾ ਤੋਂ ਭਾਵ ਹੈ ਚਰਨ ਧੂੜ। ਬ੍ਰਹਮ ਗਿਆਨੀ ਸਾਰੇ ਇਨਸਾਨਾਂ ਦੇ ਪੈਰਾਂ ਦੀ ਖਾਕ ਹੋ ਕੇ ਰਹਿੰਦਾ ਹੈ, ਪੈਰਾਂ ਦੀ ਧੂੜ ਬਣ ਕੇ ਰਹਿੰਦਾ ਹੈ। ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਨੇ ਆਤਮਕ ਆਨੰਦ ਨੂੰ ਪਛਾਣ ਲਿਆ। ਬ੍ਰਹਮ ਗਿਆਨੀ ਕੀ ਸਭ ਉਪਰ ਮਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਕੀ ਸਭ ਉਪਰ ਮਇਆ, ਮਇਆ ਤੋਂ ਭਾਵ ਹੈ ਖੁਸ਼ੀ, ਪ੍ਰਸੰਸਾ, ਮਿਹਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਹਨ, ਬ੍ਰਹਮ ਗਿਆਨੀ ਦੀ ਸਭ ਉੱਤੇ ਖੁਸ਼ੀ ਰਹਿੰਦੀ ਹੈ। ਚਾਹੇ ਉਹਦਾ ਕੋਈ ਬੁਰਾ ਕਰੇ, ਚਾਹੇ ਚੰਗਾ ਕਰੇ, ਚਾਹੇ ਉਹਦੀ ਨਿੰਦਿਆ ਕਰੇ, ਚਾਹੇ ਵਡਿਆਈ ਕਰੇ, ਬ੍ਰਹਮ ਗਿਆਨੀ ਹਰ ਇੱਕ ਤੇ ਖੁਸ਼ ਰਹਿੰਦਾ। ਉਹ ਕਦੇ ਵੀ ਆਪਣੇ ਮੁਖ ਚੋਂ ਮਾੜਾ ਬਚਨ ਨਹੀਂ ਕਰਦਾ। ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ, ਉਹ ਆਪਣੇ ਮੁਖ ਚੋਂ ਕਦੇ ਵੀ ਮਾੜਾ ਬਚਨ ਨਹੀਂ ਕਰਦਾ, ਉਹ ਕੋਈ ਮੰਦੇ ਕੰਮ ਨਹੀਂ ਕਰਦਾ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਸਦਾ ਸਮਦਰਸੀ, ਸਮਦਰਸੀ ਤੋਂ ਭਾਵ ਹੈ ਇੱਕੋ ਜਿਹਾ ਵੇਖਣ ਵਾਲਾ। ਬ੍ਰਹਮ ਗਿਆਨੀ ਸਦਾ ਸਭ ਵੱਲ ਇੱਕੋ ਜਿਹੀ ਨਜ਼ਰ ਨਾਲ ਤੱਕਦਾ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਵਰਸੀ ਤੋਂ ਭਾਵ ਹੈ ਵਰਖਾ ਕਰਨ ਵਾਲੀ। ਉਸ ਦੀ ਨਜ਼ਰ ਸਭ ਤੋਂ ਉੱਤੇ ਅੰਮ੍ਰਿਤ ਦੀ ਵਰਖਾ ਹੁੰਦੀ ਹੈ, ਉਸ ਦੀ ਨਜ਼ਰ ਤੋਂ ਸਭ ਤੋਂ ਉੱਤੇ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਭਾਵ ਉਹ ਜਿਹਨੂੰ ਵੀ ਕੋਈ ਉਪਦੇਸ਼ ਦਿੰਦਾ, ਉਹ ਉਪਦੇਸ਼ ਵਿੱਚ ਇਹੀ ਕਹਿੰਦਾ ਹੈ ਵੀ ਪ੍ਰਮਾਤਮਾ ਦਾ ਨਾਮ ਜਪ, ਵਾਹਿਗੁਰੂ ਨੂੰ ਚੇਤੇ ਕਰ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਮੁਕਤਾ ਤੋਂ ਭਾਵ ਹੈ ਆਜ਼ਾਦ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੁੰਦਾ ਹੈ। ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਅਤੇ ਉਸ ਦੀ ਜੀਵਨ ਜੁਗਤ ਵਿਕਾਰਾਂ ਤੋਂ ਰਹਿਤ ਹੁੰਦੀ ਹੈ। ਉਹਦੇ ਜ਼ਿੰਦਗੀ ਜਿਉਣ ਦਾ ਢੰਗ ਹੀ ਨਿਰਾਲਾ ਹੁੰਦਾ ਹੈ। ਨਿਰਮਲ ਤੋਂ ਭਾਵ ਪਵਿੱਤਰ ਹੁੰਦਾ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਰੱਬ ਦੇ ਨਾਲ ਜੁੜੇ ਹੋਏ ਬ੍ਰਹਮ ਗਿਆਨੀ ਮਨੁੱਖ ਦੀ ਖੁਰਾਕ ਪਰਮਾਤਮਾ ਦਾ ਗਿਆਨ ਹੀ ਹੈ, ਪਰਮਾਤਮਾ ਦਾ ਨਾਮ ਹੀ ਹੈ। ਉਹਦੀ ਜ਼ਿੰਦਗੀ ਦਾ ਆਸਰਾ ਵਾਹਿਗੁਰੂ ਜੀ ਦਾ ਨਾਮ ਹੈ। ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਤੇ ਬ੍ਰਹਮ ਗਿਆਨੀ ਦੀ ਸੁਰਤ ਅਕਾਲ ਪੁਰਖ ਨਾਲ ਜੁੜੀ ਰਹਿੰਦੀ ਹੈ, ਉਹਦਾ ਧਿਆਨ ਜੁੜਿਆ ਰਹਿੰਦਾ ਹੈ। ਗਿਆਨ ਉਹਦੀ ਖੁਰਾਕ ਹੈ ਤੇ ਧਿਆਨ ਬ੍ਰਹਮ ਗਿਆਨੀ ਦਾ ਹਮੇਸ਼ਾ ਪ੍ਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਹੈ। ਬ੍ਰਹਮ ਗਿਆਨੀ ਏਕ ਊਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਏਕ ਊਪਰ ਆਸ, ਆਸ ਤੋਂ ਭਾਵ ਹੈ ਟੇਕ, ਆਸਰਾ। ਬ੍ਰਹਮ ਗਿਆਨੀ ਇੱਕ ਅਕਾਲ ਪੁਰਖ ਉੱਤੇ ਆਸ ਰੱਖਦਾ ਹੈ। ਉਹਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਟੇਕ ਹੁੰਦੀ ਹੈ, ਵਾਹਿਗੁਰੂ ਜੀ ਤੇ ਭਰੋਸਾ ਰੱਖਦਾ ਹੈ। ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਦਾ ਕਦੇ ਨਾਸ ਨਹੀਂ ਹੁੰਦਾ, ਉਹ ਹਮੇਸ਼ਾ ਹੀ ਇਹ ਧਰਤੀ ਤੇ ਰਹਿੰਦਾ ਹੈ। ਸਰੀਰਕ ਤੌਰ ਤੇ ਬੇਸ਼ੱਕ ਚਲੇ ਜਾਏ, ਪਰ ਦੁਨੀਆ ਉਹਨੂੰ ਫਿਰ ਵੀ ਯਾਦ ਰੱਖਦੀ ਹੈ।
ਦੁਨੀਆ ਉਹਨੂੰ ਕਦੇ ਵੀ ਨਹੀਂ ਭੁੱਲਦੀ, ਕਦੇ ਵੀ ਬ੍ਰਹਮ ਗਿਆਨੀ ਦਾ ਨਾਸ ਨਹੀਂ ਹੋ ਸਕਦਾ। ਮਨ ਵਿੱਚ ਸਵਾਲ ਪੈਦਾ ਹੋਏਗਾ ਵੀ ਸਰੀਰ ਚਲਾ ਗਿਆ ਫਿਰ ਕਿਵੇਂ? ਗੁਰਮੁਖੋ, ਅੱਜ ਭਗਤ ਨਾਮਦੇਵ ਜੀ ਨੂੰ ਯਾਦ ਕੀਤਾ ਜਾਂਦਾ ਹੈ। ਉਹ ਕਿਉਂ ਕੀਤਾ ਜਾਂਦਾ ਹੈ? ਕਿਉਂਕਿ ਉਹਨਾਂ ਨੇ ਪਰਮਾਤਮਾ ਦਾ ਨਾਮ ਜਪਿਆ। ਜਿਹੜੇ ਵੀ ਵਾਹਿਗੁਰੂ ਜੀ ਦੇ ਨਾਲ ਜੁੜੇ, ਉਹ ਸਰੀਰ ਕਰਕੇ ਬੇਸ਼ੱਕ ਚਲੇ ਗਏ, ਪਰ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ, ਉਹ ਅਮਰ ਹੋ ਜਾਂਦੇ ਹਨ। ਅਸੀਂ ਜਿੰਨਾ ਮਰਜੀ ਦੁਨਿਆਵੀ ਧਨ ਇਕੱਠਾ ਕਰੀ ਜਾਈਏ, ਸਾਡੇ ਜਿੰਨੇ ਮਰਜੀ ਪੁੱਤਰ ਧੀ ਹੋਣ, ਪਰ ਸਾਨੂੰ ਇੱਕ ਨਾ ਇੱਕ ਦਿਨ ਪੁੱਤਰ ਧੀਆਂ ਨੇ ਕਹਿ ਦੇਣਾ, ਜਦੋਂ ਸਾਡਾ ਸਰੀਰ ਨਾ ਰਿਹਾ ਨਾ, ਜਦੋਂ ਸਾਡੀ ਮੌਤ ਹੋ ਗਈ, ਸਾਡੇ ਆਪਣੇ ਪੁੱਤਰ ਧੀਆਂ ਨੇ ਕਹਿ ਦੇਣਾ, ਬਾਪੂ ਨੂੰ ਯਾਦ ਨਾ ਕਰੋ। ਕਿਉਂ? ਕਿਉਂਕਿ ਮਰੇ ਕਿਸੇ ਦੇ ਮਿੱਤ ਨਹੀਂ ਹੁੰਦੇ, ਮਰਿਆਂ ਨੂੰ ਯਾਦ ਨਹੀਂ ਕਰੀਦਾ। ਪਰ ਜਿਹੜੇ ਬ੍ਰਹਮ ਗਿਆਨੀ ਸਤਿਪੁਰਸ਼ ਹਨ, ਰੱਬ ਦੇ ਨਾਲ ਜੁੜੇ ਮਹਾਤਮਾ ਹਨ, ਉਹਨਾਂ ਨੂੰ ਦੁਨੀਆ ਪਹਿਲਾਂ ਵੀ ਯਾਦ ਕਰਦੀ ਸੀ, ਅੱਜ ਵੀ ਯਾਦ ਕਰਦੀ ਹੈ, ਤੇ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਸਦਾ ਹੀ ਦੁਨੀਆ ਯਾਦ ਕਰਦੀ ਰਹੇਗੀ। ਉਹਨਾਂ ਦਾ ਕਦੇ ਵੀ ਵਿਨਾਸ਼ ਨਹੀਂ ਹੋ ਸਕਦਾ, ਉਹ ਦੁਨੀਆ ਤੋਂ ਕਦੇ ਵੀ ਖਤਮ ਨਹੀਂ ਹੋ ਸਕਦੇ। ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ, ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਗਰੀਬੀ ਟਿਕੀ ਰਹਿੰਦੀ ਹੈ। ਉਹ ਕਦੇ ਵੀ ਆਪਣੇ ਆਪ ਨੂੰ ਅਮੀਰੀ ਵਿੱਚ ਨਹੀਂ ਦਿਖਾਉਂਦਾ, ਉਹਦੇ ਮਨ ਦੀ ਗਰੀਬੀ ਉਹਦੇ ਕੋਲ ਹੁੰਦੀ ਹੈ। ਮਨ ਦੀ ਗਰੀਬੀ ਹਰ ਇੱਕ ਕੋਲ ਹੋਣੀ ਚਾਹੀਦੀ ਹੈ। ਮਨ ਦਾ ਨਿਮਰਤਾ ਵਾਲਾ ਸੁਭਾਅ ਹਰ ਇੱਕ ਕੋਲ ਹੋਣਾ ਚਾਹੀਦਾ। ਇਹ ਬ੍ਰਹਮ ਗਿਆਨੀ ਦੇ ਲੱਛਣ ਹਨ, ਬ੍ਰਹਮ ਗਿਆਨੀ ਦੇ ਗੁਣ ਹਨ। ਬ੍ਰਹਮ ਗਿਆਨੀ ਦੇ ਚਰਨਾਂ ਵਿੱਚ ਤੁਸੀਂ ਜਾਓਗੇ, ਜਦੋਂ ਵੀ ਬ੍ਰਹਮ ਗਿਆਨੀ ਨਾਲ ਤੁਹਾਡਾ ਮੇਲ ਹੋਏਗਾ, ਉਹਦੇ ਅੰਦਰ ਹਮੇਸ਼ਾ ਹੀ ਨਿਮਰਤਾ ਹੋਏਗੀ, ਉਹਦੇ ਅੰਦਰ ਗਰੀਬੀ ਹੋਏਗੀ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਉਮਾਹਾ ਤੋਂ ਭਾਵ ਹੈ ਉਤਸ਼ਾਹ, ਚਾਓ। ਅਤੇ ਬ੍ਰਹਮ ਗਿਆਨੀ ਦੇ ਅੰਦਰ ਦੂਜਿਆਂ ਦੀ ਭਲਾਈ ਕਰਨ ਦਾ ਸਦਾ ਹੀ ਚਾਅ ਚੜਿਆ ਰਹਿੰਦਾ ਹੈ, ਸਦਾ ਹੀ ਉਤਸ਼ਾਹ ਰਹਿੰਦਾ ਹੈ ਦੂਜਿਆਂ ਉੱਤੇ ਪਰਉਪਕਾਰ ਕਰਨ ਦਾ। ਜਿਵੇਂ ਇੱਕ ਮਹਾਤਮਾ ਪਾਣੀ ਵਿੱਚ ਬਿੱਛੂ ਡੁੱਬ ਰਿਹਾ ਸੀ, ਉਹਨੂੰ ਬਾਹਰ ਕੱਢ ਰਹੇ ਸਨ, ਪਰ ਬਿੱਛੂ ਬਾਰ-ਬਾਰ ਉਹ ਮਹਾਤਮਾ ਦੇ ਹੱਥ ਤੇ ਡੰਗ ਮਾਰੀ ਜਾਏ, ਪਰ ਉਹ ਆਪਣਾ ਸੁਭਾਅ ਨਹੀਂ ਸੀ ਛੱਡ ਰਹੇ। ਉਹ ਫਿਰ ਬਿੱਛੂ ਨੂੰ ਬਾਹਰ ਕੱਢ ਹੀ ਜਾਣ, ਬਿੱਛੂ ਫਿਰ ਦੁਬਾਰਾ ਅੰਦਰ ਜਾਏ, ਫਿਰ ਮਹਾਤਮਾ ਦੇ ਡੰਗ ਮਾਰੇ। ਤੇ ਨਾਲ ਖੜੇ ਸੇਵਾਦਾਰ ਨੇ ਪੁੱਛਿਆ, ਬਾਬਾ ਜੀ, ਮਹਾਂਪੁਰਸ਼ੋ, ਬ੍ਰਹਮ ਗਿਆਨੀ ਸਤਿਪੁਰਸ਼ੋ, ਇਹ ਬਿੱਛੂ ਬਾਰ-ਬਾਰ ਪਾਣੀ ਵਿੱਚ ਜਾ ਰਿਹਾ, ਤੁਸੀਂ ਫਿਰ ਬਾਹਰ ਕੱਢਦੇ ਹੋ, ਬਿੱਛੂ ਤੁਹਾਡੇ ਡੰਗ ਮਾਰਦਾ ਹੈ, ਇੰਨਾ ਦੁੱਖ ਲੱਗਦਾ ਹੈ, ਛੱਡੋ ਪਰਾਂ, ਮਰਨ ਦਿਓ ਇਹਨੂੰ। ਤੇ ਉਹ ਸਮੇਂ ਮਹਾਤਮਾ ਨੇ ਆਖਿਆ, ਭਾਈ, ਇਹ ਬਿੱਛੂ ਆਪਣਾ ਸੁਭਾਅ ਨਹੀਂ ਛੱਡਦਾ, ਇਹ ਮੇਰੇ ਡੰਗ ਮਾਰੀ ਜਾਂਦਾ, ਮੈਂ ਆਪਣਾ ਸੁਭਾਅ ਕਿਵੇਂ ਛੱਡ ਦੇਵਾਂ? ਨਾਲ ਖੜੇ ਸੇਵਾਦਾਰ ਪੁੱਛਣ ਲੱਗੇ, ਜੀ ਤੁਹਾਡਾ ਸੁਭਾਅ ਕਿਹੜਾ ਹੈ? ਕਹਿੰਦੇ, ਸਤਿਪੁਰਸ਼ਾਂ ਦਾ ਸੁਭਾਅ ਸਦਾ ਹੀ ਪਰਉਪਕਾਰ ਦਾ ਹੁੰਦਾ ਹੈ, ਮੈਂ ਆਪਣਾ ਪਰਉਪਕਾਰ ਵਾਲਾ ਸੁਭਾਅ ਕਿਵੇਂ ਛੱਡ ਦੇਵਾਂ? ਇਸੇ ਤਰ੍ਹਾਂ ਬ੍ਰਹਮ ਗਿਆਨੀ ਦੇ ਅੰਦਰ ਹਮੇਸ਼ਾ ਹੀ ਚਾਅ ਹੁੰਦਾ ਹੈ ਵੀ ਮੈਂ ਦੂਜਿਆਂ ਲਈ ਪਰਉਪਕਾਰ ਕਰਾਂ, ਦੂਜਿਆਂ ਲਈ ਭਲਾਈ ਦੇ ਕੰਮ ਕਰਾਂ। ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ। ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਬ੍ਰਹਮ ਗਿਆਨੀ ਦੇ ਮਨ ਵਿੱਚ ਮਾਇਆ ਦਾ ਜੰਜਾਲ ਨਹੀਂ ਵਿਆਪਦਾ। ਬ੍ਰਹਮ ਗਿਆਨੀ ਲੈ ਧਾਵਤ ਬੰਦਾ, ਬੰਦਾ ਤੋਂ ਭਾਵ ਹੈ ਰੋਕ ਰੱਖਦਾ ਹੈ, ਬੰਨ ਰੱਖਦਾ ਹੈ, ਕਿਉਂਕਿ ਉਹ ਭਟਕਦੇ ਮਨ ਨੂੰ ਹਮੇਸ਼ਾ ਹੀ ਕਾਬੂ ਵਿੱਚ ਰੱਖਦਾ ਹੈ, ਮਾਇਆ ਵੱਲੋਂ ਰੋਕ ਕੇ ਰੱਖਦਾ ਹੈ। ਮਹਾਰਾਜ ਨੇ ਤਾਂ ਹੀ ਆਖਿਆ, ਮਨ ਜੀਤੈ ਜਗ ਜੀਤ। ਜਿਹਨੇ ਆਪਣਾ ਮਨ ਜਿੱਤ ਲਿਆ, ਉਹਨੇ ਜਗ ਨੂੰ ਜਿੱਤ ਲਿਆ। ਦੁਨੀਆ ਸਾਰੀ ਜਿੱਤ ਲਏ ਇਨਸਾਨ, ਜੇ ਉਹਦਾ ਮਨ ਉਹਦੇ ਵੱਸ ਵਿੱਚ ਨਹੀਂ ਤਾਂ ਕੋਈ ਵੀ ਚੀਜ਼ ਉਹਦੇ ਵੱਸ ਵਿੱਚ ਨਹੀਂ ਹੈ। ਬ੍ਰਹਮ ਗਿਆਨੀ ਨੇ ਆਪਣੇ ਮਨ ਨੂੰ ਕਾਬੂ ਵਿੱਚ ਰੱਖਿਆ ਹੁੰਦਾ ਹੈ, ਉਹ ਮਾਇਆ ਵੱਲੋਂ ਰੋਕ ਕੇ ਰੱਖਦਾ ਆਪਣੇ ਮਨ ਨੂੰ, ਉਹਦਾ ਮਨ ਕਦੇ ਵੀ ਜੰਜਾਲਾਂ ਵਿੱਚ ਫਸਦਾ ਨਹੀਂ। ਬ੍ਰਹਮ ਗਿਆਨੀ ਕੈ ਹੋਏ ਸੋ ਭਲਾ, ਬ੍ਰਹਮ ਗਿਆਨੀ ਸੋ ਫਲ ਫਲਾ।
ਬ੍ਰਹਮ ਗਿਆਨੀ ਕੈ ਹੋਏ ਸੋ ਭਲਾ। ਜੋ ਕੁਝ ਪ੍ਰਭੂ ਵੱਲੋਂ ਹੁੰਦਾ ਹੈ, ਬ੍ਰਹਮ ਗਿਆਨੀ ਆਪਣੇ ਮਨ ਵਿੱਚ ਭਲਾ ਹੀ ਪ੍ਰਤੀਕ ਰੱਖਦਾ ਹੈ। ਵੇ ਜੋ ਵਾਹਿਗੁਰੂ ਜੀ ਕਰ ਰਹੇ ਹਨ, ਭਲਾ ਹੀ ਹੈ। ਇਹ ਭਲਾ ਹੀ ਹੈ। ਜੋ ਕੁਝ ਹੋ ਰਿਹਾ ਪ੍ਰਮਾਤਮਾ ਦੇ ਰੰਗ ਵਿੱਚ ਹੀ ਹੈ। ਉਹ ਕਦੇ ਵੀ ਗਲਤ ਨਹੀਂ ਕਰਦਾ। ਇਹ ਬ੍ਰਹਮ ਗਿਆਨੀ ਦੇ ਮਨ ਵਿੱਚ ਇੰਨਾ ਵਿਸ਼ਵਾਸ ਹੁੰਦਾ ਹੈ। ਬ੍ਰਹਮ ਗਿਆਨੀ ਸੋ ਫਲ ਫਲਾ। ਸੋ ਫਲ ਤੋਂ ਭਾਵ ਹੈ ਚੰਗੇ ਫਲ ਵਾਲਾ ਹੋ ਕੇ, ਚੰਗੇ ਮੁਰਾਦ ਨਾਲ। ਫਲਾਂ ਤੋਂ ਭਾਵ ਹੈ ਫਲ ਦਾ ਹੈ। ਇਸ ਤਰ੍ਹਾਂ ਉਸ ਦਾ ਮਨੁੱਖਾ ਜਨਮ ਚੰਗੀ ਤਰ੍ਹਾਂ ਕਾਮਯਾਬ ਹੋ ਜਾਂਦਾ ਹੈ। ਉਸ ਦਾ ਜੀਵਨ ਸੋ ਫਲ ਫਲਾ, ਚੰਗਾ ਹੋ ਕੇ ਫਲਦਾ ਹੈ। ਬ੍ਰਹਮ ਗਿਆਨੀ ਸੰਗ ਸਗਲੇ ਉਧਾਰ। ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਸੰਗ ਸਗਲ ਉਧਾਰ। ਬ੍ਰਹਮ ਗਿਆਨੀ ਦੀ ਸੰਗਤ ਵਿੱਚ ਸਭ ਦਾ ਬੇੜਾ ਪਾਰ ਹੁੰਦਾ ਹੈ। ਕੋਈ ਵੀ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਆ ਜਾਏ, ਸੱਚੇ ਦਿਲੋਂ ਸੰਗਤ ਕਰਨੀ ਸ਼ੁਰੂ ਕਰ ਦੇਵੇ, ਜੋ ਸਤਿਪੁਰਸ਼ ਕਹਿ ਰਹੇ ਹਨ ਉਹਦੇ ਮੁਤਾਬਕ ਆਪਣਾ ਜੀਵਨ ਢਾਲਣਾ ਸ਼ੁਰੂ ਕਰ ਦੇਵੇ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਵਿੱਚ ਐਨੀ ਸ਼ਕਤੀ ਹੈ, ਐਨੀ ਪਾਵਰ ਹੈ, ਜੇ ਪੂਰੀ ਦੁਨੀਆ ਵੀ ਉਹਦੇ ਬਚਨ ਮੰਨਣਾ ਸ਼ੁਰੂ ਕਰ ਦੇਵੇ ਨਾ, ਉਹ ਪੂਰੀ ਦੁਨੀਆ ਦਾ ਬੇੜਾ ਪਾਰ ਕਰ ਸਕਦੇ ਹਨ। ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਕਿਉਂਕਿ ਬ੍ਰਹਮ ਗਿਆਨੀ ਦੀ ਰਾਹੀਂ ਸਾਰਾ ਜਗਤ ਹੀ ਪ੍ਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ ਹੈ। ਜਿਹੜਾ ਵੀ ਬ੍ਰਹਮ ਗਿਆਨੀ ਦੇ ਚਰਨਾਂ ਵਿੱਚ ਆਉਂਦਾ ਹੈ, ਬ੍ਰਹਮ ਗਿਆਨੀ ਇਹੀ ਉਪਦੇਸ਼ ਦਿੰਦਾ ਹੈ ਵੀ ਪ੍ਰਮਾਤਮਾ ਦਾ ਨਾਮ ਜਪੋ। ਉਹ ਬ੍ਰਹਮ ਗਿਆਨੀ ਨਹੀਂ ਜਿਹੜਾ ਆਪਣੇ ਚਰਨਾਂ ਨਾਲ ਜੋੜੇ, ਜਿਹੜਾ ਪਰਮੇਸ਼ਰ ਦੇ ਨਾਲ ਜੋੜੇ, ਉਹਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ। ਜਿਹਨੇ ਬ੍ਰਹਮ ਦੀ ਪਹਿਚਾਣ ਕਰ ਲਈ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਾਣ ਲਿਆ, ਉਹਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ। ਤੇ ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਪਰਮਾਤਮਾ ਖੁਦ ਟਿਕਿਆ ਹੋਇਆ ਹੈ। ਪਰਮਾਤਮਾ ਖੁਦ ਵਸਦਾ, ਰੱਬ ਆਪਣੇ ਪਿਆਰਿਆਂ ਦੇ ਹਿਰਦੇ ਵਿੱਚ ਵਸਦਾ ਹੈ। ਗੁਰਮੁਖੋ, ਇਸ ਕਰਕੇ ਸਦਾ ਹੀ ਰੱਬ ਨਾਲ ਜੁੜਿਆਂ ਹੋਇਆਂ ਦਾ ਸਤਿਕਾਰ ਕਰਿਆ ਕਰੋ। ਕਦੇ ਵੀ ਨਿੰਦਿਆ ਨਾ ਕਰਿਆ ਕਰੋ। ਸਦਾ ਹੀ ਉਹਨਾਂ ਦੇ ਚਰਨਾਂ 'ਚ ਸੀਸ ਝੁਕਾਉਂਦੇ ਰਿਹਾ ਕਰੋ, ਨਮਸਕਾਰ ਕਰਦੇ ਰਿਹਾ ਕਰੋ। ਸੋ ਇਹ ਸਨ ਜੋ ਅੱਜ ਆਪਾਂ 8ਵੀਂ ਅਸ਼ਟਪਦੀ ਦੇ 4 ਪਦਿਆਂ ਦੀ ਵਿਚਾਰ ਕੀਤੀ ਹੈ। ਮਹਾਰਾਜ ਕਿਰਪਾ ਕਰਨ, ਇਸੇ ਤਰ੍ਹਾਂ ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖ ਕੇ ਬਾਣੀ ਦੀ ਵਿਚਾਰ ਕਰਵਾ ਲੈਣ ਜੀ। ਭੁੱਲਾਂ ਸਾਡੀ ਝੋਲੀ ਵਿੱਚ ਪਾ ਦਿਓ। ਉਪਦੇਸ਼ ਮੇਰੇ ਸਤਿਗੁਰੂ ਜੀ ਦਾ ਜਾਣ ਕੇ ਆਪਣੇ ਹਿਰਦਿਆਂ ਅੰਦਰ ਵਸਾਇਓ। ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।